ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨੋ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੇ ਹਜ਼ੂਰ ਬਹਿ ਕੇ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਗੁਰੂ ਕਿਰਪਾ ਨਾਲ ਗੁਰੂ ਦੇ ਦਰ ਜੁੜ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਇਸ ਪਾਵਨ ਬਚਨ ਅੰਦਰ ਸੋਝੀ ਦਿੰਦਿਆਂ ਹੋਇਆਂ ਦੱਸਦੇ ਨੇ, ਸਮਝਾਉਂਦੇ ਨੇ ਕਿ ਵਾਹਿਗੁਰੂ ਦਾ ਸੇਵਕ, ਪਰਮੇਸ਼ਰ ਦਾ ਭਗਤ, ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ ਤੇ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ, ਹਮੇਸ਼ਾ ਖਿੜਿਆ ਹੋਇਆ। ਉਸ ਨੂੰ ਕਦੇ ਦੁਖੀ ਨਹੀਂ ਦੇਖਿਆ ਜਾਂਦਾ, ਉਹ ਹਮੇਸ਼ਾ ਹੀ ਆਨੰਦ ਵਿੱਚ ਹੈ। ਉਹਦੇ ਘਰ ਦੇ ਵਿੱਚ ਦੁੱਖ ਵੀ ਆ ਜਾਏ, ਐਸੀ ਕੋਈ ਘਟਨਾ ਵਾਪਰ ਜਾਏ ਜਿਹਨੂੰ ਅਸੀਂ ਦੁੱਖ ਸਮਝਦੇ ਹਾਂ, ਉਹਦੇ ਘਰ ਵਿੱਚ ਦੁੱਖ ਵੀ ਆ ਜਾਏ ਤਾਂ ਵੀ ਉਹ ਆਨੰਦ ਵਿੱਚ ਹੀ ਹੈ। ਉਹਦੇ ਅੰਦਰ ਦਾ ਆਨੰਦ ਉਹ ਕਿਸੇ ਵੀ ਤਰ੍ਹਾਂ ਮੁੱਕਦਾ ਨਹੀਂ। ਕਿਸੇ ਵੀ ਤਰ੍ਹਾਂ ਕੋਈ ਵੀ ਘਟਨਾ, ਕੋਈ ਵੀ ਦੁੱਖ, ਕੋਈ ਵੀ ਸੁੱਖ ਉਹਦੇ ਆਨੰਦ ਨੂੰ ਕਿਸੇ ਵੀ ਤਰ੍ਹਾਂ ਗਵਾਉਂਦਾ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਵਾਹਿਗੁਰੂ ਦਾ ਸੇਵਕ ਉਹ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਨਿਰਤ ਕਰਦਾ ਹੈ। ਤੇਰਾ ਜਨ ਨਿਰਤ ਕਰੇ ਗੁਣ ਗਾਵੇ। ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਗੁਣ ਗਾਉਂਦਾ ਤੇ ਨਿਰਤ ਕਰਦਾ, ਨੱਚਦਾ, ਕਿਉਂਕਿ ਉਸ ਨੂੰ ਉਸ ਵਾਹਿਗੁਰੂ ਦੇ ਗੁਣ ਗਾਉਣ ਵਿੱਚ ਬੜਾ ਆਨੰਦ ਮਿਲ ਰਿਹਾ ਹੈ, ਉਹਦੀ ਸਿਫਤ ਸਲਾਹ ਕਰਨ ਵਿੱਚ ਬੜਾ ਆਨੰਦ ਮਿਲ ਰਿਹਾ ਹੈ। ਪਰਮਾਤਮਾ ਹਾਲੇ ਮਿਲਿਆ ਜਾਂ ਨਹੀਂ ਮਿਲਿਆ ਇਹ ਗੱਲ ਵੱਖਰੀ, ਪਰ ਉਹਦੀ ਸਿਫਤ ਸਲਾਹ ਕਰਨ ਵਿੱਚ ਹੀ ਬੜਾ ਸਕੂਨ ਮਿਲ ਰਿਹਾ ਹੈ, ਉਹਦਾ ਨਾਮ ਲੈਣ ਵਿੱਚ ਹੀ ਬੜਾ ਆਨੰਦ ਹੈ। ਹੁਣ ਜਿਹਦਾ ਨਾਮ ਲੈਣ ਵਿੱਚ ਹੀ ਆਨੰਦ ਮਿਲ ਰਿਹਾ ਹੋਵੇ, ਜਿਹਦਾ ਕੀਰਤਨ ਕਰਨ ਵਿੱਚ ਹੀ ਬੜਾ ਸਕੂਨ ਮਿਲਦਾ ਹੋਵੇ, ਉਸ ਵਾਹਿਗੁਰੂ ਦੇ ਮਿਲ ਜਾਣ ਤੇ ਕਿੰਨਾ ਆਨੰਦ ਮਿਲੇਗਾ। ਜਰਾ ਇਸ ਗੱਲ ਦੀ ਕਲਪਨਾ ਕਰਕੇ ਵੇਖਣਾ ਕਿ ਜਿਸ ਵਾਹਿਗੁਰੂ ਦੇ ਨਾਮ ਨੂੰ ਲੈਣ ਨਾਲ ਹੀ ਬੜਾ ਟਿਕਾਅ ਮਹਿਸੂਸ ਹੁੰਦਾ ਹੈ, ਬੜਾ ਸਹਿਜ ਹੈ, ਬੜੀ ਸ਼ਾਂਤੀ ਦਾ ਅਨੁਭਵ ਹੁੰਦਾ ਹੈ, ਉਸ ਪ੍ਰਮਾਤਮਾ ਨੂੰ ਮਿਲਣ ਨਾਲ ਜੋ ਮਹਾ ਸ਼ਾਂਤੀ ਮਿਲੇਗੀ, ਜੋ ਮਹਾ ਆਨੰਦ ਮਿਲੇਗਾ, ਉਹ ਤੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਸ ਲਈ ਸਤਿਗੁਰੂ ਕਹਿੰਦੇ ਵਾਹਿਗੁਰੂ ਦਾ ਭਗਤ ਉਹ ਇੰਜ ਜਾਪਦਾ ਕਿ ਜਿਵੇਂ ਝੂਮ ਰਿਹਾ ਹੋਵੇ, ਇੰਜ ਜਾਪਦਾ ਕਿ ਜਿਵੇਂ ਉਹ ਬਹੁਤ ਹੀ ਨੱਚ ਰਿਹਾ ਹੋਵੇ। ਉਹ ਟਿਕਿਆ ਹੋਇਆ, ਬੈਠਾ ਹੋਇਆ ਵੀ ਇੰਜ ਲੱਗਦਾ ਕਿ ਨੱਚਦਾ ਪਿਆ। ਸਾਨੂੰ ਜਦੋਂ ਕੋਈ ਚੀਜ਼ ਮਿਲਦੀ ਹੈ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਕੋਈ 4 ਪੈਸੇ ਦਾ ਲਾਭ ਮਿਲੇ ਅਸੀਂ ਬੜੇ ਪ੍ਰਸੰਨ ਹੁੰਦੇ ਹਾਂ। ਕੋਈ ਸਾਨੂੰ ਧੀ ਪੁੱਤ ਪ੍ਰਾਪਤ ਹੋਵੇ, ਕੋਈ ਔਲਾਦ ਮਿਲੇ, ਅਸੀਂ ਬੜੇ ਖੁਸ਼ ਹੁੰਦੇ ਹਾਂ, ਬੜਾ ਆਨੰਦ ਕਰਦੇ ਹਾਂ, ਮਿੱਠਾ ਮੂੰਹ ਮਿੱਠਾ ਕਰਾਉਂਦੇ ਹਾਂ ਇੱਕ ਦੂਸਰੇ ਦਾ, ਬੜਾ ਆਨੰਦ ਜਾਣਦੇ ਹਾਂ। ਕਿਸੇ ਚੀਜ਼ ਦੀ ਪ੍ਰਾਪਤੀ ਹੋਈ ਹੈ, ਕੋਈ ਕਾਰ ਲਈ ਹੈ, ਕੋਈ ਘਰ ਖਰੀਦਿਆ ਜਾਂ ਬਣਾਇਆ, ਬੜਾ ਸਕੂਨ ਮਿਲਦਾ ਹੈ, ਬੜਾ ਆਨੰਦ। ਕੋਈ ਵਿਆਹ ਸ਼ਾਦੀ ਹੈ, ਅਸੀਂ ਬੜਾ ਖੁਸ਼ ਹੁੰਦੇ ਹਾਂ, ਆਨੰਦ ਮਾਣਦੇ ਹਾਂ। ਪਰ ਸਾਡੇ ਇਹ ਸਾਰੇ ਆਨੰਦ ਬੜੇ ਥੋੜ੍ਹੇ ਚਿਰੇ ਹੁੰਦੇ ਨੇ।
2-4 ਕੁ ਦਿਨ बड़ा सुख महसूस होंदा है, 2-4 कुछ दिन बड़ा आनंद महसूस होंदा है कि औलाद होई है, धी होई है या पुत होया, बड़ा सुख है जी। एक दूसरे नूं बधाइयां दिंदे आ, लैंदे आ, सुख महसूस करते हैं। पर किन्ने कु दिन? थोड़े ही दिन बस। फिर वो आनंद पता नहीं लगता किधर चला गया। उस दिन नच लेंदे आ, हाँ जी औलाद हुई है, चलो नच लिया, गा लिया। उस तो बाद कुछ भी नहीं, फिर वही नॉर्मल जिंदगी। जिस दिन प्रमोशन मिली उस दिन बड़े खुश होए, घर आके नच लिया, किते पार्टी ते चले गए परिवार नूं लैके, चलो कि अज खाना बाहर खांदे आ, बड़ी खुशी मना ली। नौकरी मिली, बड़ा सुख मना लिया, पर सिर्फ उस दिन, उस तो अगां फिर कुछ भी नहीं। ਵਿਆਹ ਤੋਂ 1-2 ਦਿਨ ਪਹਿਲਾਂ, ਵਿਆਹ ਤੋਂ 1-2 ਦਿਨ ਬਾਅਦ ਬੜਾ ਸੁੱਖ ਮਨਾ ਲਿਆ, ਬੜੀ ਖੁਸ਼ੀ ਮਨਾ ਲਈ, ਪਰ ਉਸ ਤੋਂ ਬਾਅਦ ਕੀ ਹੈ? ਸਭ ਨੂੰ ਪਤਾ ਹੈ। ਆਨੰਦ ਹੈ? ਉਹ ਖੁਸ਼ੀ ਹੁਣ ਹੈ? ਨਹੀਂ, ਹੁਣ ਨਹੀਂ ਉਹ ਆਨੰਦ ਦਿਖਾਈ ਦਿੰਦਾ। ਇਸ ਲਈ ਸਾਡੇ ਆਨੰਦ ਇਹ ਥੋੜੇ ਚਿਰੇ ਨੇ, ਇਹ ਬੜੇ ਥੋੜੇ ਨੇ। ਉਹ ਆਨੰਦ ਜੋ ਪਹਿਲੇ ਦਿਨ ਸੀ ਉਹ ਅੱਜ ਹੈ ਨਹੀਂ। ਜਦੋਂ ਪਹਿਲੇ ਦਿਨ ਆਫਿਸ ਗਏ ਸਾਂ ਬੜੇ ਖੁਸ਼ ਸਾਂ ਕਿ ਨੌਕਰੀ ਲੱਗ ਗਈ ਹੈ। ਅੱਜ 10-20 ਸਾਲ ਹੋ ਗਏ ਉਸੇ ਜਗ੍ਹਾ ਕੰਮ ਕਰਦੇ ਹਾਂ, ਕਿ ਹੁਣ ਉਹ ਆਨੰਦ ਹੈ? ਬਿਲਕੁਲ ਨਹੀਂ। ਹੁਣ ਤੇ ਮਜਬੂਰੀ ਹੈ ਜੀ, ਜਾਣਾ ਪੈਣਾ ਹੈ ਆਫਿਸ। ਜਿਸ ਦਿਨ ਆਪਣੀ ਦੁਕਾਨ ਖੋਲੀ ਸੀ ਨਵੀਂ, ਉਸ ਦਿਨ ਬੜਾ ਸੁੱਖ ਸੀ, ਬੜਾ ਆਨੰਦ ਸੀ, ਪਰ ਹੁਣ ਨਹੀਂ ਹੈ। ਭਗਤ ਦੇ ਜੀਵਨ ਵਿੱਚ, ਗੁਰਮੁਖ ਦੇ ਜੀਵਨ ਵਿੱਚ ਸਤਿਗੁਰੂ ਕਹਿੰਦੇ ਹਰ ਵੇਲੇ ਆਨੰਦ ਹੈ। ਕਿਉਂ? ਕਿਉਂਕਿ ਉਹਦੇ ਵਾਸਤੇ ਹਰ ਦਿਨ ਨਵਾਂ ਹੈ ਤੇ ਪਹਿਲਾ ਹੀ ਹੈ। ਸਾਡੇ ਲਈ ਇੱਕੋ ਹੀ ਦਿਨ ਪਹਿਲਾ ਹੁੰਦਾ ਹੈ। ਜਿਵੇਂ 1 ਜਨਵਰੀ ਦਾ ਦਿਨ ਸਾਡੇ ਵਾਸਤੇ ਪਹਿਲਾ ਹੈ, ਬਾਕੀ ਸਾਡੇ ਦਿਨ ਬੇਕਾਰ ਨੇ। ਅਸੀਂ ਉਸ ਦਿਨ ਬਹੁਤ ਖੁਸ਼ ਹੁੰਦੇ ਹਾਂ, ਨੱਚਦੇ ਹਾਂ, ਗਾਉਂਦੇ ਹਾਂ, ਵਧਾਈਆਂ ਦਿੰਦੇ ਹਾਂ ਨਵੇਂ ਸਾਲ ਦੀਆਂ, ਪਰ ਬਾਕੀ ਦਿਨ ਉਸੇ ਤਰ੍ਹਾਂ ਜਿਵੇਂ ਪਹਿਲਾਂ ਸੀ। ਇਸ ਲਈ ਸਾਡੇ ਆਨੰਦ ਬੜੇ ਝੂਠੇ ਨੇ, ਸਾਡਾ ਸੁੱਖ ਬਹੁਤ ਝੂਠਾ ਹੈ। ਸੱਚਾ ਸੁੱਖ ਉਹ ਹੁੰਦਾ ਜਿਹੜਾ ਕਦੇ ਗਵਾਚਦਾ ਨਹੀਂ। ਸੱਚਾ ਆਨੰਦ ਉਹ ਹੈ ਕਿ ਜਿਹੜਾ ਤੁਹਾਡੇ ਕੋਲ ਹਮੇਸ਼ਾ ਰਹੇ। ਝੂਠਾ ਆਨੰਦ ਜੋ ਅੱਜ ਹੈ ਤੇ ਫਿਰ ਨਹੀਂ ਹੈ, ਜੋ ਹੁਣ ਹੈ ਥੋੜੀ ਦੇਰ ਬਾਅਦ ਨਹੀਂ ਹੈ, ਇਹ ਆਨੰਦ ਝੂਠਾ ਹੈ। ਸਤਿਗੁਰੂ ਕਹਿੰਦੇ ਵਾਹਿਗੁਰੂ ਦਾ ਭਗਤ, ਪਰਮੇਸ਼ਰ ਦਾ ਸੇਵਕ, ਉਹ ਹਰ ਵੇਲੇ ਆਨੰਦ ਵਿੱਚ ਹੈ, ਉਹ ਹਰ ਵੇਲੇ ਸਕੂਨ ਹੈ ਉਹਦੇ ਕੋਲ। ਇਸ ਲਈ ਉਹਨੂੰ ਤੁਸੀਂ ਹਰ ਵੇਲੇ ਝੂਮਦਾ ਹੋਇਆ ਹੀ ਦੇਖੋਗੇ। ਐਸਾ ਕੋਈ ਲੱਭਦਾ ਨਹੀਂ, ਐਸਾ ਕੋਈ ਗੁਰਮੁਖ ਮਿਲਦਾ ਨਹੀਂ, ਕਿਤੇ ਨਜ਼ਰ ਨਹੀਂ ਆਉਂਦਾ ਸਾਡੇ ਆਲੇ ਦੁਆਲੇ, ਕਿਉਂਕਿ ਸਾਡੇ ਆਲੇ ਦੁਆਲੇ ਸਾਡੇ ਜਿਹੇ ਹੀ ਲੋਕ ਦਿਖਾਈ ਦਿੰਦੇ ਨੇ। ਜਿਹੋ ਜਿਹੇ ਅਸੀਂ ਆ, ਸਾਨੂੰ ਉਹੋ ਜਿਹੇ ਹੀ ਲੋਕ ਦਿਖਾਈ ਦਿੰਦੇ ਨੇ ਸਾਡੇ ਆਲੇ ਦੁਆਲੇ। ਇਸ ਲਈ ਗੁਰਮੁਖ ਬੰਦਾ ਸਾਡੀ ਨਿਗਾਹ ਵਿੱਚ ਨਹੀਂ ਆਉਂਦਾ। ਜਿਹੋ ਜਿਹਾ ਸਾਡਾ ਸੁਭਾਅ ਹੈ ਉਹੋ ਜਿਹੇ ਹੀ ਸਾਡੇ ਆਲੇ ਦੁਆਲੇ ਲੋਕ ਇਕੱਠੇ ਹੋ ਜਾਂਦੇ ਨੇ। ਇਸ ਲਈ ਇਸ ਗੱਲ ਨੂੰ ਜਰਾ ਪਰਖ ਕੇ ਵੇਖਣਾ। ਜੇ ਤੁਸੀਂ ਦੁਖੀ ਹੋ ਤਾਂ ਇਹ ਪੱਕੀ ਗੱਲ ਹੈ, ਤੁਹਾਡੇ ਆਲੇ ਦੁਆਲੇ ਦੁਖੀ ਜਿਹੇ ਲੋਕ ਦਿਖਾਈ ਦੇਣ ਲੱਗ ਜਾਣਗੇ ਤੁਹਾਨੂੰ। ਦੁਖੀ, ਮੁਰਝਾਏ ਚਿਹਰਿਆਂ ਵਾਲੇ। ਕਿਉਂ? ਕਿਉਂਕਿ ਤੁਸੀਂ ਖੁਦ ਦੁਖੀ ਹੋ। ਤੁਹਾਡਾ ਦੁੱਖ ਦੂਸਰਿਆਂ ਨੂੰ, ਜਿਵੇਂ ਦੁਖੀ ਲੋਕਾਂ ਨੂੰ ਇਨਵੀਟੇਸ਼ਨ ਦੇ ਰਿਹਾ ਹੋਵੇ ਕਿ ਆਓ ਭਾਈ ਮੈਂ ਵੀ ਦੁਖੀ ਹਾਂ, ਤੁਸੀਂ ਵੀ ਆ ਜਾਓ। ਪਰ ਤੁਸੀਂ ਜਰਾ ਆਨੰਦ ਨਾਲ ਮੁਸਕਰਾ ਕੇ ਵੇਖੋ, ਖੁਸ਼ ਹੋ ਕੇ ਵੇਖੋ। ਤੁਸੀਂ ਖੁਸ਼ ਹੋ ਤਾਂ ਖੁਸ਼ ਲੋਕ ਤੁਹਾਡੇ ਆਲੇ ਦੁਆਲੇ ਇਕੱਠੇ ਹੋ ਜਾਣਗੇ। ਇਸ ਲਈ ਜੋ ਅਸੀਂ ਹਾਂ, ਸਾਡਾ ਆਲਾ ਦੁਆਲਾ ਉਹੋ ਜਿਹਾ ਹੁੰਦਾ ਹੈ। ਅਸੀਂ ਆਪਣਾ ਆਲਾ ਦੁਆਲਾ ਇੰਜ ਕਹਿ ਲਈਏ ਕਿ ਜਿਵੇਂ ਖੁਦ ਬਣਾਉਂਦੇ ਹਾਂ, ਅਸੀਂ ਖੁਦ ਉਸ ਨੂੰ ਕ੍ਰੀਏਟ ਕਰਦੇ ਹਾਂ ਜਿਹੋ ਜਿਹੇ ਅਸੀਂ ਹਾਂ। ਤੁਸੀਂ ਆਪਣੇ ਬੱਚੇ ਨੂੰ ਦੇਖਦੇ ਹੋ,
छोटा जिहा बच्चा है, वो खुश है, वो हसदा है, वो बिना गल तो हसी जाता है, कोई गल ही नहीं। वो जरा जी कोई आवाज़ सुनता है, जरा जी कोई चीज़ हेठां सुट्टदा है, वो हसन लग जाता खिड़खड़ा के जोर जोर नाल। उसनूं हसदियां, उसनूं मुस्कुराउंदियां देख के, ਉਹਨੂੰ ਛੋਟੀਆਂ-ਛੋਟੀਆਂ ਸ਼ਰਾਰਤਾਂ ਕਰਦਿਆਂ ਦੇਖ ਕੇ ਜਿੰਨੇ ਵੀ ਲੋਕ ਨੇ ਤੁਹਾਡੇ ਆਂਢ ਗੁਆਂਢ ਦੇ ਜਾਂ ਤੁਸੀਂ ਜਾਂ ਤੁਹਾਡਾ ਪਰਿਵਾਰ, ਉਹ ਖੁਸ਼ ਹੋਈ ਜਾਂਦਾ ਉਹਨੂੰ ਦੇਖ ਕੇ, ਕਿਉਂਕਿ ਉਹਦੀ ਖੁਸ਼ੀ ਤੁਹਾਨੂੰ ਵੀ ਖੁਸ਼ ਕਰ ਰਹੀ ਹੈ। ਇਸ ਲਈ ਨਹੀਂ ਕਿ ਉਹ ਤੁਹਾਡਾ ਬੱਚਾ ਹੈ, ਉਹ ਕੋਈ ਹੋਰ ਵੀ ਛੋਟਾ ਬੱਚਾ ਹੋਵੇ, ਕੋਈ ਹੋਰ ਵੀ ਕਿਸੇ ਹੋਰ ਦਾ ਜਿਹਨੂੰ ਤੁਸੀਂ ਜਾਣਦੇ ਵੀ ਨਹੀਂ, ਉਹ ਵੀ ਇਹੀ ਆਨੰਦ ਦੇਵੇਗਾ, ਉਹ ਵੀ ਇਹੀ ਸੁੱਖ ਦੇਵੇਗਾ। ਇਸ ਲਈ ਜਦੋਂ ਤੁਸੀਂ ਖੁਸ਼ ਹੋ ਤਾਂ ਤੁਸੀਂ ਆਪਣੇ ਆਲੇ ਦੁਆਲੇ ਨੂੰ ਵੀ ਉਹੋ ਜਿਹਾ ਕਰ ਦਿੰਦੇ ਹੋ। ਜੇ ਤੁਸੀਂ ਦੁਖੀ ਹੋ ਤਾਂ ਤੁਸੀਂ ਦੂਸਰਿਆਂ ਨੂੰ ਵੀ ਦੁਖੀ ਕਰ ਦਿੰਦੇ ਹੋ। ਅਸੀਂ ਉਹੋ ਜਿਹੇ ਲੋਕਾਂ ਨੂੰ ਇਕੱਠੇ ਕਰ ਲੈਂਦੇ ਹਾਂ ਆਪਣੇ ਆਲੇ ਦੁਆਲੇ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਵਾਹਿਗੁਰੂ ਦਾ ਭਗਤ ਉਹ ਹਮੇਸ਼ਾ ਆਨੰਦ ਵਿੱਚ ਹੈ, ਉਹ ਹਮੇਸ਼ਾ। ਇਸ ਲਈ ਉਹਦੇ ਨੇੜੇ ਰਹਿਣ ਵਾਲੇ ਲੋਕ ਵੀ ਆਨੰਦ ਵਿੱਚ ਨੇ। ਜਿਵੇਂ ਚੰਦਨ ਦੇ ਲਾਗੇ ਰਹਿਣ ਵਾਲੇ ਦਰਖਤ, ਉਹਨਾਂ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ, ਉਹਨਾਂ ਵਿੱਚੋਂ ਵੀ ਉਹੋ ਜਿਹੀ ਖੁਸ਼ਬੂ ਆਉਂਦੀ ਹੈ ਜਿਹੋ ਜਿਹੀ ਚੰਦਨ ਵਿੱਚੋਂ ਹੁੰਦੀ ਹੈ, ਕਿਉਂਕਿ ਉਹਦੇ ਨੇੜੇ ਰਹਿ ਕੇ ਵੈਸੇ ਹੀ ਹੋ ਗਏ ਉਹ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ। ਹੇ ਸੱਚੇ ਪਾਤਸ਼ਾਹ, ਤੇਰਾ ਜਨ ਵਾਹਿਗੁਰੂ ਦੇ ਤੇਰੇ ਗੁਣ ਗਾਉਂਦਾ ਹੈ ਤੇ ਨੱਚਦਾ ਹੈ, ਝੂਮਦਾ ਹੈ। ਇਸ ਗੱਲ ਨੂੰ ਖਿਆਲ ਰੱਖਣਾ, ਜਿਸ ਦਿਨ ਤੁਸੀਂ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰੋ ਕਿ ਅੱਜ ਮੈਂ ਖੁਸ਼ ਹਾਂ, ਅੱਜ ਮੈਂ ਬੜਾ ਸੁਖੀ ਹਾਂ, ਉਸ ਦਿਨ ਵਾਹਿਗੁਰੂ ਦਾ ਸਿਮਰਨ ਕਰਿਓ, ਉਸ ਦਿਨ ਉਸ ਪਰਮਾਤਮਾ ਨੂੰ ਸਿਮਰਿਓ। ਸਾਡਾ ਉਲਟਾ ਹੈ, ਅਸੀਂ ਲੋਕ ਉਲਟੇ ਪਾਸੇ ਤੋਂ ਚੱਲਦੇ ਹਾਂ। ਜਿਸ ਦਿਨ ਅਸੀਂ ਦੁਖੀ ਹੁੰਦੇ ਹਾਂ, ਅਸੀਂ ਗੁਰਦੁਆਰੇ ਨੂੰ ਤੁਰ ਪੈਂਦੇ ਹਾਂ। ਜਿਸ ਦਿਨ ਅਸੀਂ ਸੁਖੀ ਹੁੰਦੇ ਹਾਂ, ਉਦੋਂ ਅਸੀਂ ਗੁਰਦੁਆਰੇ ਮੰਦਰ ਨੂੰ ਨਹੀਂ ਜਾਂਦੇ, ਉਦੋਂ ਅਸੀਂ ਜਾਂਦੇ ਹਾਂ ਪਾਰਟੀ ਕਰਨ ਵਾਲੇ ਪਾਸੇ ਨੂੰ। ਉਦੋਂ ਅਸੀਂ ਤੁਰਦੇ ਹਾਂ ਕਿ ਰਿਸ਼ਤੇਦਾਰਾਂ ਨੂੰ ਸੱਦ ਲਈਏ, ਭੈਣਾਂ ਭਰਾਵਾਂ ਨੂੰ ਇਕੱਠੇ ਕਰ ਲਈਏ। ਕਿਉਂ? ਕਿਉਂਕਿ ਜੀ ਸਾਡੇ ਘਰ ਵਿੱਚ ਸੁੱਖ ਹੈ। ਜਿੱਦਣ ਦੁੱਖ ਹੁੰਦਾ ਉਦਣ ਨਹੀਂ ਅਸੀਂ ਕਹਿੰਦੇ ਕਿ ਭੈਣਾਂ ਭਰਾਵਾਂ ਨੂੰ ਇਕੱਠੇ ਕਰ ਲਈਏ, ਉਸ ਦਿਨ ਅਸੀਂ ਚਾਹੁੰਦੇ ਇਕੱਲੇ ਹੋ ਜਾਈਏ। ਅੱਜ ਮੈਂ ਬਹੁਤ ਦੁਖੀ ਹਾਂ, ਚਲੋ ਗੁਰਦੁਆਰੇ ਚੱਲਦੇ ਹਾਂ, ਅਰਦਾਸ ਕਰ ਲੈਂਦੇ ਜਾ ਕੇ। ਪਰ ਸੁੱਖ ਵਿੱਚ ਨਹੀਂ ਅਸੀਂ ਗੁਰਦੁਆਰੇ ਜਾਂਦੇ, ਸੁੱਖ ਵਿੱਚ ਨਹੀਂ ਅਸੀਂ ਗੁਰੂ ਦਾ ਸ਼ਬਦ ਸੁਣਦੇ, ਸੁੱਖ ਵਿੱਚ ਤੇ ਅਸੀਂ ਗੀਤ ਸੁਣਦੇ ਹਾਂ, ਸੁੱਖ ਵਿੱਚ ਤੇ ਅਸੀਂ ਨੱਚਣ ਟੱਪਣ ਲੱਗ ਜਾਂਦੇ ਹਾਂ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਜਿਸ ਦਿਨ ਤੁਸੀਂ ਆਪਣੇ ਆਪ ਨੂੰ ਸੁਖੀ ਜਾਣਦੇ ਹੋ, ਤੁਹਾਡੇ ਕੋਲ ਖੁਸ਼ੀ ਹੈ, ਤੁਹਾਡੇ ਕੋਲ ਸੁੱਖ ਹੈ, ਉਸ ਦਿਨ ਚਾਹੇ 2-4 ਮਿੰਟ ਹੀ ਸਹੀ ਵਾਹਿਗੁਰੂ ਦੇ ਨੇੜੇ ਹੋ ਕੇ ਦੇਖਣਾ, ਤੁਹਾਡਾ ਉਹ ਸੁੱਖ ਹੋਰ ਪ੍ਰਫੁੱਲਿਤ ਹੋਵੇਗਾ, ਤੁਹਾਡਾ ਉਹ ਆਨੰਦ ਹੋਰ ਵਧੇਗਾ। ਵੇਖ ਲੈਣਾ ਇਸ ਨੂੰ ਅਜ਼ਮਾ ਕੇ। ਵਾਹਿਗੁਰੂ ਦਾ ਪਿਆਰਾ, ਪਰਮੇਸ਼ਰ ਦਾ ਭਗਤ, ਉਹਨੂੰ ਕੁਛ ਵੀ ਮਿਲੇ ਨਾ ਵੀ ਮਿਲੇ, ਉਹ ਤਾਂ ਵੀ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਮਿਲੇ ਤਾਂ ਵੀ ਪਰਮਾਤਮਾ ਦੇ ਗੁਣ ਗਾਉਂਦਾ। ਇਸ ਲਈ ਉਹਦਾ ਗੁਣ ਗਾਉਣ ਦਾ ਸੰਬੰਧ ਮਿਲਣ ਜਾਂ ਨਾ ਮਿਲਣ ਨਾਲ ਨਹੀਂ ਹੈ। ਉਹਦਾ ਤੇ ਬਸ ਸਿਰਫ ਇੰਨਾ ਹੀ ਹੈ ਕਿ ਵਾਹਿਗੁਰੂ ਦੇ ਗੁਣ ਗਾਉਣੇ ਨੇ, ਬਸ ਹੋਰ ਕੁਛ ਵੀ ਨਹੀਂ। ਉਹਦੀ ਸਿਫਤ ਸਲਾਹ ਕਰਨੀ ਹੈ ਬਸ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਉਹਦੇ ਗੁਣ ਗਾ। ਇਸ ਗੱਲ ਦੀ ਪਰਵਾਹ ਨਾ ਕਰ ਕਿ ਉਹ ਕੀ ਦੇ ਰਿਹਾ ਹੈ, ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਅਸੀਂ ਕੁਛ ਹੋਰ ਮੰਗਦੇ ਹਾਂ, ਸਾਡੀ ਕਾਮਨਾ ਕੁਛ ਹੋਰ ਹੈ ਕਿ ਫਲਾਣੀ ਚੀਜ਼ ਮਿਲੇ, ਵਾਹਿਗੁਰੂ ਸਾਨੂੰ ਕੁਛ ਹੋਰ ਦੇ ਦਿੰਦਾ, ਉਹ ਕੁਛ ਹੋਰ ਦੇ ਰਿਹਾ ਹੈ ਤੇ ਅਸੀਂ ਇਸ ਗੱਲ ਤੋਂ ਦੁਖੀ ਹੁੰਦੇ ਆ ਕਿ ਮੈਂ ਤਾਂ ਕੁਛ ਹੋਰ ਮੰਗਿਆ ਸੀ, ਮਿਲਿਆ ਮੈਨੂੰ ਕੁਛ ਹੋਰ। ਪਰਮੇਸ਼ਰ ਕੀ ਬਖਸ਼ਦਾ ਹੈ, ਗੁਰੂ ਕੀ ਦਿੰਦਾ ਹੈ, ਇਸ ਗੱਲ ਨਾਲ ਕੋਈ ਸੰਬੰਧ ਨਹੀਂ। ਗੱਲ ਸਿਰਫ ਇੰਨਾ ਹੈ ਕਿ ਉਹ ਕੁਛ ਦੇ ਰਿਹਾ ਹੈ, ਉਹ ਕੁਛ ਦੇ ਰਿਹਾ ਹੈ, ਬਸ ਕਾਫੀ ਹੈ। ਉਹਨੇ ਤਰੁੱਠ ਕੇ, ਉਹਨੇ ਪ੍ਰਸੰਨ ਹੋ ਕੇ ਕੁਛ ਦੇ ਦਿੱਤਾ, ਬਸ ਠੀਕ ਹੈ।
ਉਹਦੇ ਵਿੱਚ ਹੀ ਸਕੂਨ, ਉਹਦੇ ਵਿੱਚ ਹੀ ਸੁੱਖ ਹੈ। ਜਦੋਂ ਅਸੀਂ ਬਹੁਤ ਸਾਰੀਆਂ ਆਸਾਂ ਲਾ ਕੇ ਬਹਿ ਜਾਂਦੇ ਹਾਂ ਕਿ ਉਹ ਮਿਲੇ, ਆਹ ਮਿਲੇ, ਫਲਾਣੀ ਚੀਜ਼ ਮਿਲੇ, ਦੌਲਤ ਮਿਲੇ, ਸ਼ੋਹਰਤ ਮਿਲੇ, ਫਿਰ ਸੁੱਖ ਨਹੀਂ ਮਿਲਦਾ ਹੈ, ਫਿਰ ਆਨੰਦ ਨਹੀਂ ਮਿਲਦਾ। ਆਨੰਦ ਮਿਲਦਾ, ਸੁੱਖ ਮਿਲਦਾ ਉਹਦੀ ਰਜ਼ਾ ਵਿੱਚ ਰਹਿਣ ਨਾਲ, ਸੁੱਖ ਮਿਲਦਾ ਉਹਦੇ ਚਰਨਾਂ ਨਾਲ ਜੁੜੇ ਰਹਿਣ ਨਾਲ। ਇਸ ਲਈ ਸਤਿਗੁਰੂ ਕਹਿੰਦੇ ਉਹਦੇ ਗੁਣ ਗਾ ਤੇ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰਦਿਆਂ ਤੇਰਾ ਮਨ ਝੂਮ ਉੱਠੇ ਆਨੰਦ ਦੇ ਨਾਲ। ਤੇਰਾ ਜਨ ਨਿਰਤ ਕਰੇ ਗੁਣ ਗਾਵੇ, ਰਵਾਬ ਪਖਾਵਜ ਤਾਲ ਘੁੰਗਰੂ, ਅਨਹਦ ਸ਼ਬਦ ਵਜਾਵੇ। ਸਤਿਗੁਰੂ ਕਹਿੰਦੇ ਉਹਦੇ ਮਨ ਅੰਦਰ ਵਾਹਿਗੁਰੂ ਦਾ ਅਨਹਦ ਸ਼ਬਦ, ਅਨਹਦ ਸ਼ਬਦ ਉਹ ਹੁੰਦਾ ਕਿ ਜਿਹਨੂੰ ਵਜਾਉਣ ਦੀ ਜ਼ਰੂਰਤ ਨਾ ਪਵੇ, ਜੋ ਆਪਣੇ ਆਪ ਲਗਾਤਾਰ ਵੱਜਦਾ ਰਹੇ, ਲਗਾਤਾਰ। ਜਿਵੇਂ ਹਾਰਮੋਨੀਅਮ ਹੈ, ਇਹ ਉਨੀ ਦੇਰ ਤੱਕ ਹੀ ਸੰਗੀਤ ਦੇਵੇਗਾ ਜਿੰਨੀ ਦੇਰ ਤੱਕ ਇਸ ਨੂੰ ਵਜਾਉਣ ਵਾਲਾ ਵਜਾਉਂਦਾ ਰਹੇਗਾ। ਤਬਲਾ, ਹਾਰਮੋਨੀਅਮ, ਸਰੰਗੀ, ਜਿੰਨੇ ਵੀ ਸਾਜ਼ ਨੇ ਉਹ ਵੱਜਣਗੇ ਤਾਂ ਉਹਨਾਂ ਵਿੱਚੋਂ ਆਵਾਜ਼ ਆਏਗੀ। ਜਦੋਂ ਉਹਨਾਂ ਨੂੰ ਬੰਦ ਕਰ ਦਿਓਗੇ ਤਾਂ ਉਹਦੇ ਵਿੱਚੋਂ ਕੋਈ ਆਵਾਜ਼ ਨਹੀਂ ਪੈਦਾ ਹੋਵੇਗੀ। ਪਰ ਵਾਹਿਗੁਰੂ ਦੇ ਨਾਮ ਦੀ ਧੁਨ ਜਦੋਂ ਬੰਦੇ ਦੇ ਅੰਦਰ ਉੱਠਦੀ ਹੈ, ਜਦੋਂ ਉਸ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ, ਤਦੋਂ ਆਪਣੇ ਆਪ ਇੱਕ ਧੁਨ ਗੂੰਜਣ ਲੱਗ ਜਾਂਦੀ ਹੈ। ਆਪਣੇ ਆਪ ਇੱਕ ਰਸ ਬਣਦਾ ਰਹਿੰਦਾ। ਤੁਸੀਂ ਬਹੁਤ ਦਫਾ ਸੁਣਿਆ ਹੋਵੇਗਾ ਕਿ ਲੋਕ ਕਹਿੰਦੇ ਨੇ ਭਗਤਾਂ ਨੂੰ ਕਿ ਮੂਰਖ ਨੇ, ਇਹ ਬੇਤਾਲੇ ਨੇ, ਇਹ ਪਾਗਲ ਨੇ, ਐਵੇਂ ਨੱਚੀ ਜਾਂਦੇ ਨੇ, ਐਵੇਂ ਹੱਸੀ ਜਾਂਦੇ ਨੇ, ਬਿਨਾਂ ਗੱਲ ਤੋਂ ਹੀ, ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਾਰਨ। ਤੁਸੀਂ ਐਸਾ, ਜਿਹੜੇ ਲੋਕ ਭੰਗ ਪੀਂਦੇ ਨੇ ਜਾਂ ਜਿਸ ਬੰਦੇ ਨੇ ਪਹਿਲੀ ਦਫਾ ਪੀਤੀ ਹੋਵੇ, ਜਿਹਨੂੰ ਪਤਾ ਨਹੀਂ ਹੈ ਕਿ ਇਹ ਬੜਾ ਭੈੜਾ ਨਸ਼ਾ ਹੈ, ਹੁਣ ਉਹ ਬੰਦਾ ਜੇ ਨੱਚਣ ਲੱਗ ਪਿਆ ਤੇ ਉਹ ਸਾਰਾ ਦਿਨ ਨੱਚੀ ਜਾਂਦਾ, ਉਹ ਕੁਝ ਹੋਰ ਦਾ ਹੋਰ ਹੀ ਸਮਝੀ ਜਾਂਦਾ। ਜੇ ਰੋਣ ਲੱਗ ਪਿਆ ਤੇ ਸਾਰਾ ਦਿਨ ਰੋਈ ਜਾਂਦਾ, ਜੇ ਨੱਚਣ ਲੱਗ ਪਿਆ ਤੇ ਨੱਚੀ ਜਾਂਦਾ, ਜੇ ਹੱਸਣ ਲੱਗ ਪਿਆ ਤੇ ਹੱਸੀ ਜਾਂਦਾ, ਜੇ ਸੁੱਤਾ ਹੈ ਤਾਂ ਸੁੱਤਾ ਹੀ ਰਹਿੰਦਾ, ਜੇ ਜਾਗਦਾ ਹੈ ਤੇ ਜਾਗਦਾ ਰਹਿੰਦਾ, ਨੀਂਦ ਨਹੀਂ ਆਉਂਦੀ। ਤੁਸੀਂ ਇਸ ਗੱਲ ਨੂੰ ਜਾਣੋ ਕਿ ਵਾਹਿਗੁਰੂ ਦਾ ਭਗਤ ਉਹ ਵਾਹਿਗੁਰੂ ਦੇ ਨਾਮ ਦੇ ਐਸੇ ਨਸ਼ੇ ਵਿੱਚ ਹੈ ਕਿ ਜਿੱਥੇ ਹਮੇਸ਼ਾ ਹੀ ਆਨੰਦ ਹੈ। ਜਿਹੜੀ ਖੁਮਾਰੀ ਸਤਿਗੁਰੂ ਕਹਿੰਦੇ ਕਦੇ ਉਤਰਦੀ ਨਹੀਂ, ਜਿਹੜੀ ਚੜੀ ਰਹੇ ਦਿਨ ਰਾਤ, ਜਿਹੜੀ ਦਿਨ ਰਾਤ ਚੜੀ ਰਹਿੰਦੀ, ਐਸੀ ਖੁਮਾਰੀ। ਤੇ ਉਹਦੇ ਵਾਸਤੇ ਕੁਝ ਕਰਨਾ ਨਹੀਂ ਪੈਂਦਾ ਹੈ ਕਿ ਮੈਂ ਜੀ ਫਲਾਣਾ ਕੰਮ ਕਰਾਂ ਜਾਂ ਫਲਾਣਾ, ਜਿਵੇਂ ਕੋਈ ਬੰਦਾ ਕਹਿੰਦਾ ਨਸ਼ਾ ਕਰਾਂ, ਕਿਸੇ ਨਸ਼ੇ ਦੀ ਵਰਤੋਂ ਕਰਾਂ ਤਾਂ ਗੱਲ ਬਣੇਗੀ। ਨਹੀਂ, ਭਗਤ ਵਾਹਿਗੁਰੂ ਦੇ ਨਾਮ ਦੇ ਐਸੇ ਨਸ਼ੇ ਵਿੱਚ ਹੈ ਜਿੱਥੇ ਆਨੰਦ ਹੀ ਆਨੰਦ ਹੈ। ਇਹ ਉਤਰਦਾ ਨਹੀਂ ਕਦੇ, ਇਹ ਲਗਾਤਾਰ ਇਹ ਚੜਿਆ ਹੀ ਰਹਿੰਦਾ ਉਹਦੀ ਨਾਮ ਦੀ ਖੁਮਾਰੀ। ਇਸ ਲਈ ਸਤਿਗੁਰੂ ਕਹਿੰਦੇ ਅਨਹਦ ਸ਼ਬਦ ਵਜਾਵੇ, ਉਹਦੇ ਮਨ ਵਿੱਚ ਅਨਹਦ ਸ਼ਬਦ ਵੱਜਦਾ ਹੈ, ਉਹ ਅਨਾਹਦ ਸ਼ਬਦ ਵਜਾਉਂਦਾ ਹੈ ਆਪਣੇ ਮਨ ਅੰਦਰ ਤੇ ਹਮੇਸ਼ਾ ਝੂਮਦਾ ਹੈ, ਹਮੇਸ਼ਾ। ਉਹਦੇ ਲਈ ਇਹੀ ਹੈ ਰਬਾਬ। ਰਬਾਬ, ਤੁਸੀਂ ਰਬਾਬ ਦਾ ਸਾਜ਼ ਸੁਣੋ ਕਦੇ, ਬੜਾ ਪਿਆਰਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਦੇ ਕੋਲ ਸੀ। ਬੜਾ ਪਿਆਰਾ ਸਾਜ਼ ਹੈ। ਉਸ ਸਾਜ਼ ਦੇ ਨਾਲ ਕਿਸੇ ਹੋਰ ਸਾਜ਼ ਦੀ ਜ਼ਰੂਰਤ ਨਹੀਂ ਪੈਂਦੀ, ਰਬਾਬ ਇਕੱਲਾ ਹੀ ਕਾਫੀ ਹੈ। ਸਤਿਗੁਰੂ ਕਹਿੰਦੇ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਸਿਮਰਦਾ ਉਹਦੇ ਲਈ ਇਹੀ ਰਬਾਬ ਹੈ, ਉਹਨੂੰ ਰਬਾਬ ਦੀ ਵੀ ਲੋੜ ਨਹੀਂ। ਰਬਾਬ ਪਖਾਵਜ, ਪਖਾਵਜ ਕਹਿੰਦੇ ਨੇ ਤਬਲਾ, ਜੋੜੀ। ਜਿਵੇਂ ਹਾਰਮੋਨੀਅਮ ਇਹ ਇਕੱਲਾ ਨਹੀਂ ਚੱਲਦਾ, ਇਹਦੇ ਨਾਲ ਤਬਲਾ ਚਾਹੀਦਾ, ਢੋਲਕ ਚਾਹੀਦੀ ਹੈ, ਤਾਂ ਇਹਨਾਂ ਦੀ ਮਿਲਤ ਬਣੇਗੀ। ਸਤਿਗੁਰੂ ਕਹਿੰਦੇ ਨਾ ਤੇ ਰਬਾਬ ਦੀ ਜ਼ਰੂਰਤ, ਨਾ ਪਖਾਵਜ ਦੀ, ਤਬਲੇ ਦੀ, ਨਾ ਕਿਸੇ ਤਾਲ ਦੀ, ਨਾ ਘੁੰਗਰੂਆਂ ਦੀ। ਜਿਹਨੇ ਵਾਹਿਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ, ਉਹਦੇ ਲਈ ਇਹੀ ਰਬਾਬ, ਉਹਦੇ ਲਈ ਇਹੀ ਤਬਲਾ, ਉਹਦੇ ਵਾਸਤੇ ਇਹੀ ਤਾਲ, ਉਹਦੇ ਵਾਸਤੇ ਇਹੀ ਘੁੰਗਰੂਆਂ ਦੀ ਛਣ ਛਣ।
ਉਹਦੇ ਲਈ ਇਹੀ ਸਭ ਕੁਝ। ਇਸ ਲਈ ਭਗਤ ਉਹ ਬਿਨਾਂ ਕਿਸੇ ਗੱਲ ਤੋਂ ਝੂਮ ਰਿਹਾ, ਕਿਉਂਕਿ ਉਹਦੇ ਆਪਣੇ ਅੰਦਰ ਹੀ ਸੰਗੀਤ ਐਸਾ ਵੱਜ ਰਿਹਾ ਜਿਹੜਾ ਸਾਨੂੰ ਨਹੀਂ ਸੁਣਾਈ ਦਿੰਦਾ। ਇਸ ਲਈ ਤੇ ਅਸੀਂ ਕਹਿੰਦੇ ਕਿ ਭਗਤ ਪਾਗਲ ਹੈ ਕਿ ਐਵੇਂ ਨੱਚੀ ਜਾਂਦਾ ਬਿਨਾਂ ਗੱਲ ਤੋਂ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਝੂਮਦਾ ਹੈ ਉਹਦੇ ਸ਼ਬਦ ਵਿੱਚ, ਉਹ ਝੂਮਦਾ ਹੈ ਉਹਦੇ ਨਾਮ ਵਿੱਚ, ਉਹ ਮਸਤ ਹੈ ਪੂਰਾ। ਉਦਮ ਕਰਤ ਹੋਵੇ ਮਨ ਨਿਰਮਲ। ਵਾਹਿਗੁਰੂ ਦੇ ਸਿਮਰਨ ਦਾ ਉਦਮ ਕਰਦਿਆਂ ਮਨ ਨਿਰਮਲ ਹੋ ਜਾਂਦਾ ਹੈ। ਕਿ ਸਿਮਰਨ ਦਾ ਉਪਰਾਲਾ ਕਰਨਾ, ਕਿ ਗੁਰੂ ਦੇ ਵੱਲ ਨੂੰ ਜਾਣ ਦਾ ਯਤਨ ਕਰਨਾ ਹੀ ਸਾਡੇ ਮਨ ਨੂੰ ਪਵਿੱਤਰ ਕਰ ਜਾਂਦਾ ਹੈ। ਉਦਮ, ਆਪਣੇ ਤਰਫੋਂ ਕੋਸ਼ਿਸ਼, ਬਸ ਇਹੀ ਬਹੁਤ ਵੱਡੀ ਗੱਲ ਹੈ। ਲੋਕ ਧਰਮ ਦੇ ਮਾਮਲੇ ਵਿੱਚ ਕੋਸ਼ਿਸ਼ ਨਹੀਂ ਕਰਦੇ, ਯਤਨ ਨਹੀਂ ਕਰਦੇ, ਬਾਕੀ ਸਭ ਚੀਜ਼ਾਂ ਦੇ ਮਾਮਲੇ ਵਿੱਚ ਯਤਨ ਕਰਦੇ ਨੇ। ਧਰਮ ਦੇ ਮਾਮਲੇ 'ਚ ਸਾਡੀ ਕਹਾਣੀ ਥੋੜੀ ਉਲਟੀ ਹੈ। ਇੱਥੇ ਅਸੀਂ ਕਹਿੰਦੇ ਹਾਂ ਜੀ ਰੱਬ ਕਿਰਪਾ ਕਰ ਦੇਵੇ ਸਾਡੇ ਤੇ, ਇੱਥੇ ਅਸੀਂ ਕਿਰਪਾ ਭਾਲਦੇ ਰਹਿੰਦੇ ਹਾਂ। ਲੋਕ ਕਹਿੰਦੇ ਜੀ ਕਿਰਪਾ ਕਰੇਗਾ ਤਾਂ ਫੇਰ ਗੁਰਦੁਆਰੇ ਜਾਵਾਂਗੇ, ਉਹਦੀ ਕਿਰਪਾ ਹੋਏਗੀ ਤਾਂ ਫੇਰ ਅਸੀਂ ਸਿਮਰਨ ਕਰਾਂਗੇ। ਲੋਕ ਬੜੇ ਇਸ ਤਰੀਕੇ ਨਾਲ ਸੋਚਦੇ ਵਿਚਾਰਦੇ ਨੇ, ਦੇਖਦੇ ਨੇ, ਪਰ ਉਹ ਅਸਲ ਵਿੱਚ ਝੂਠ ਬੋਲਦੇ ਨੇ। ਉਹ ਅਸਲ ਵਿੱਚ ਝੂਠ ਬੋਲਦੇ। ਰਜੂਸ਼ ਬੜਾ ਪਿਆਰਾ ਫਕੀਰ ਹੋਇਆ। ਉਸਦੇ ਕੋਲ ਇੱਕ ਦਿਨ ਇੱਕ ਆਦਮੀ ਪਹੁੰਚਦਾ। ਰਜੂਸ਼ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਬਾਅਦ ਆਏ। ਤਾਂ ਉਸ ਬੰਦੇ ਨੇ ਜਵਾਬ ਦਿੱਤਾ, ਕਹਿੰਦਾ ਜੀ ਤੁਸੀਂ ਸੱਦਿਆ ਹੀ ਨਹੀਂ, ਤੁਸੀਂ ਬੁਲਾਇਆ ਹੀ ਨਹੀਂ, ਤੁਸੀਂ ਬੁਲਾਉਂਦੇ ਤਾਂ ਆ ਜਾਂਦੇ। ਰਜੂਸ਼ ਨੇ ਕਿਹਾ ਬੁਲਾਇਆ ਤਾਂ ਮੈਂ ਅੱਜ ਵੀ ਨਹੀਂ, ਬੁਲਾਇਆ ਤਾਂ ਮੈਂ ਅੱਜ ਵੀ ਨਹੀਂ। ਲੋਕ ਇਸ ਤਰ੍ਹਾਂ ਹੀ ਕਰਦੇ ਨੇ। ਲੋਕ ਕਹਿੰਦੇ ਨੇ ਜਿਸ ਦਿਨ ਗੁਰੂ ਸੱਦੇਗਾ ਉਸ ਦਿਨ ਚਲੇ ਜਾਵਾਂਗੇ, ਜਿਸ ਦਿਨ ਉਹ ਕੀਰਤਨ ਕਰਾਏਗਾ ਉਸ ਦਿਨ ਕਰ ਲਵਾਂਗੇ, ਜਿਸ ਦਿਨ ਉਹ ਸਿਮਰਨ ਕਰਾਏਗਾ ਉਸ ਦਿਨ ਕਰ ਲਵਾਂਗੇ। ਨਾ ਉਹ ਕਰਾਵੇ ਤੇ ਨਾ ਅਸੀਂ ਕਰੀਏ। ਉਸਨੇ ਕਿਹਾ ਕਿ ਤੁਸੀਂ ਬੁਲਾਇਆ ਹੀ ਨਹੀਂ, ਇਸ ਕਰਕੇ ਮੈਂ ਤੁਹਾਡੇ ਡੇਰੇ ਤੇ ਤੁਹਾਡੇ ਦਰ ਤੇ ਕਦੇ ਆਇਆ ਹੀ ਨਹੀਂ। ਰਜੂਸ਼ ਨੇ ਆਖਿਆ ਮੈਂ ਤਾਂ ਅੱਜ ਵੀ ਨਹੀਂ ਬੁਲਾਇਆ, ਅੱਜ ਕਿਉਂ ਆਏ? ਅੱਜ ਕਿਉਂ ਆਏ? ਮੈਂ ਤਾਂ ਸੱਦਿਆ ਹੀ ਨਹੀਂ ਤੁਹਾਨੂੰ। ਉਸਨੇ ਕਿਹਾ ਅਸਲ ਵਿੱਚ ਨਾ ਮੈਂ ਇੱਥੇ ਲਾਗੇ ਕੰਮ ਆਇਆ ਤੇ ਸੋਚਿਆ ਕਿ ਚਲੋ ਮਿਲਦਾ ਜਾਵਾਂ। ਅਸੀਂ ਲੋਕ ਐਸੇ ਹੀ ਹਾਂ ਕਿ ਹਾਂ ਠੀਕ ਹੈ ਚਲੋ ਗੁਰਦੁਆਰੇ ਲਾਗੇ ਹਸਪਤਾਲ ਆਏ ਹਾਂ, ਚਲੋ ਗੁਰਦੁਆਰੇ ਵੀ ਚਲੇ ਜਾਂਦੇ ਹਾਂ ਬਹਾਨੇ ਨਾਲ। ਅਦਰਵਾਈਜ਼ ਬਿਲਕੁਲ ਵੀ ਨਹੀਂ ਕਿ ਚਲੋ ਇੱਥੇ ਆਏ ਸਾਂ, ਥੋੜਾ ਜਿਹਾ ਕੰਮ ਸੀ, ਨੌਕਰੀ ਦੀ ਇੰਟਰਵਿਊ ਦੇਣੀ ਸੀ, ਚਲੋ ਠੀਕ ਹੈ ਲਾਗੇ ਗੁਰਦੁਆਰੇ 10 ਮਿੰਟ ਬੈਠ ਜਾਵਾਂਗੇ। ਅਦਰਵਾਈਜ਼ ਸਾਡੇ ਘਰ ਦੇ ਨੇੜੇ ਗੁਰਦੁਆਰਾ ਅਸੀਂ ਕਦੇ ਨਹੀਂ ਜਾਂਦੇ। ਸਾਡਾ ਜਿੱਥੇ ਸਵਾਰਥ ਹੋਵੇ ਨਾ ਅਸੀਂ ਉੱਥੇ ਜਾਂਦੇ ਆ, ਜਿੱਥੇ ਸਾਡਾ ਮਤਲਬ ਹੋਵੇ। ਜੇ ਸਾਡਾ ਮਤਲਬ ਨਾ ਹੋਵੇ ਫਿਰ ਨਹੀਂ ਅਸੀਂ ਜਾਂਦੇ। ਫਿਰ ਅਸੀਂ ਇਹ ਕਹਿੰਦੇ ਆ ਤੁਸੀਂ ਸੱਦਿਆ ਹੀ ਨਹੀਂ, ਫਿਰ ਅਸੀਂ ਆਖਦੇ ਤੁਸੀਂ ਸਾਨੂੰ ਬੁਲਾਇਆ ਹੀ ਨਹੀਂ। ਲੋਕ ਗੁਰੂ ਨੂੰ ਕਹਿੰਦੇ ਨੇ ਕਿ ਜਦੋਂ ਗੁਰੂ ਸੱਦੇਗਾ ਫਿਰ ਜਾਵਾਂਗੇ। ਸਤਿਗੁਰੂ ਕਹਿੰਦੇ ਇੰਜ ਨਹੀਂ, ਇੰਜ ਕਦੇ ਮਨ ਨਿਰਮਲ ਨਹੀਂ ਹੁੰਦਾ। ਮਨ ਨਿਰਮਲ ਹੁੰਦਾ ਜਦੋਂ ਅਸੀਂ ਉਪਰਾਲਾ ਕਰਦੇ ਹਾਂ, ਜਦੋਂ ਅਸੀਂ ਆਪਣੇ ਮਨ ਵਿੱਚ ਚਾਹੁੰਦੇ ਹਾਂ ਚਾਅ ਨਾਲ ਕਿ ਹਾਂ ਮੈਂ ਗੁਰੂ ਦੇ ਦਰ ਜਾਣਾ ਹੈ। ਅਸੀਂ ਸਪੈਸ਼ਲੀ ਕਿਸੇ ਹੋਰ ਪਾਸੇ ਜਾਣਾ ਹੀ ਨਹੀਂ, ਸਪੈਸ਼ਲੀ ਸਿਰਫ ਗੁਰੂ ਦੇ ਕੋਲ ਜਾਣਾ ਹੈ ਬਸ। ਕਿ ਹਾਂ ਮੈਂ ਉੱਠਿਆ, ਅੱਜ ਮੈਂ ਉੱਠਿਆ ਹੀ ਇਸ ਕਰਕੇ ਆ ਕਿਉਂਕਿ ਅੱਜ ਮੈਂ ਗੁਰਦੁਆਰੇ ਜਾਣਾ ਹੈ। ਕਾਰਨ ਕੀ ਹੈ? ਅੱਜ ਮੇਰੇ ਬੱਚੇ ਦਾ ਜਨਮ ਦਿਨ ਹੈ? ਨਹੀਂ, ਇਸ ਕਰਕੇ ਨਹੀਂ, ਬਸ ਵੈਸੇ ਹੀ ਜਾਣਾ। ਅਸੀਂ ਇਸੇ ਤਰੀਕੇ ਨਾਲ ਆਉਂਦੇ ਹਾਂ। ਅੱਜ ਜਨਮ ਦਿਨ ਹੈ, ਚਲੋ ਚੱਲਦੇ ਹਾਂ। ਅੱਜ ਬਰਸੀ ਹੈ, ਚਲੋ ਅੱਜ ਮੱਥਾ ਟੇਕ ਕੇ ਆਉਂਦੇ ਹਾਂ। ਅੱਜ ਫਲਾਣਾ ਹੈ, ਚਲੋ ਚੱਲਦੇ ਹਾਂ। ਨਹੀਂ, ਇਸ ਤਰੀਕੇ ਨਾਲ ਨਹੀਂ ਕਿ ਬਿਨਾਂ ਗੱਲ ਤੋਂ। ਜਿਵੇਂ ਤੁਸੀਂ ਰੋਜ਼ ਆਉਂਦੇ ਹੋ, ਤੁਸੀਂ ਰੋਜ਼ ਇਸ ਕਰਕੇ ਥੋੜੀ ਨਾ ਆਉਂਦੇ ਕਿ ਅੱਜ ਤੁਹਾਡੇ ਧੀ ਪੁੱਤ ਦਾ ਜਨਮ ਦਿਨ ਹੈ, ਚਲੋ ਅੱਜ ਮੈਂ ਅਰਦਾਸ ਕਰਾਇਆ ਉਹਨਾਂ ਗੁਰਦੁਆਰੇ। ਤੁਸੀਂ ਇਸ ਲਈ ਨਹੀਂ ਆਏ, ਤੁਸੀਂ ਆਏ ਸਿਰਫ ਗੁਰੂ ਲਈ। ਤੁਸੀਂ ਆਏ ਕਿਉਂਕਿ ਮੈਂ ਗੁਰੂ ਦੀ ਬਾਣੀ ਸੁਣਨੀ ਹੈ,
मैं गुरु का कीर्तन सुनना है, बस इसलिए आए। मैं गुरु के कोल बह होना 10 मिनट, बस इस वास्ते आए। फिर गल बनी, फिर बैठण दा, फिर गुरु के दर आउण दा स्वाद आया, आनंद आया। सतगुरु कहते इस तरह करिया मन निर्मल हुंदा है। उद्यम कीता तुसीं, उद्यम करत मन निर्मल होवे, मन निर्मल। अपनी तरफों उद्यम किया, मन निर्मल होया, मन पवित्र होया। नाचै आप निवारे। सतगुरु कहते अपने आप नूं निवारना, अपनी मैं नूं छड्डना, यही असल विच नचना है। अपनी मैं नूं छड्डना, मैं दा त्याग करना, आप नूं निवार दिओ बस। इसलिए उद्यम करके जे गुरु दे दर आके आपां बह गए हैं तो बस एक यतन होर करिए कि अपनी मैं नूं छड्ड दईए, अपने अहंकार नूं छड्ड दईए ते गुरु दे शब्द विच झूम उठीए, उहदे नाम विच झूम उठीए। परवाह ना करिए किसी गल दी, लोकां दी, खास कर दुनिया दी। बस उस वाहिगुरू दे चरनां नाल जुड़ जाइए, ਉਹਦੀ सेवा ਵਿੱਚ लग जाइए, ਉਹਦੇ सिमरन ਵਿੱਚ लग जाइए। लोग की कहते ने कई जान दो। इसलिए सतगुरु कहते पंच जना ले वसगत रख है। पंजा विकारां नूं अपने वस विच रख, मन में एक अंकारे, ते मन विच उस एक अंकार वाहिगुरू नूं वसा, मन विच उस परमेश्वर नूं वसा, ते पंजा विकारां नूं अपने काबू विच रख। तू काम वासना दे वस विच नहीं होना, काम वासना नूं अपने वस विच करना। क्रोध दे वस विच नहीं होना, क्रोध नूं अपने वस करना। असीं लोग क्रोध दे वस हो जाते हैं, असीं काम दे वस हो जाते हैं, लोभ दे वस हो जाते हैं। माया देखी नहीं कि लोभ आ गया, जद कि यह होना चाहिए कि माया देखी तो लोभ तुहाडे वस विच रहे, कि देखी तो देख के इग्नोर, कोई गल नहीं, देख लिया तो देख लिया, बस ठीक है। रूप देख लिया तो देख लिया, मन विच वासना उठे ही ना। जदों पंजां नूं असीं काबू करदे हां, अपने काबू विच रखदे हां, फिर ये विषय विकार साडा कुछ नहीं बिगाड़ पाते। साडे मन विच फिर वासना नहीं पैदा हुंदी, जदों मन विच वो निरंकार वसिया हुंदा है। तेरा जन निरत करे गुण गावै, रवाब पखावज ताल घुंगरू अनहद शब्द वजावै। सतगुरु कहते जिहड़ा वाहिगुरू दे अनहद शब्द नूं अपने मन विच वजाउंदा है, ਉਹਦੇ ਲਈ यही ताल पखावज है, ਉਹਦੇ ਲਈ यही रवाब है, ਉਹਦੇ ਲਈ यही सब कुछ। ਉਹਦੇ ਲਈ वाहिगुरू ਦਾ नाम सिमरना ही नचना, ਉਹਦੇ ਲਈ परमेश्वर की सिफत सलाह करना ही नाच है। बस ਉਹਨੂੰ होर किसी नाच की जरूरत नहीं रहा। प्रथमे मन पर बुद्ध है अपना, पाछै अवर रिझावै। सतगुरु कहते पहला बंदा अपने मन नूं प्रबोधे, अपने मन नूं सवारे, फिर किसी दूसरे नूं सवारण की गल करे। पहला असीं अपने आप नूं सवारीए, पहला अपने मन की वासना नूं, अपने मन के विकारां नूं दूर करिए, फिर दूसरे नूं उपदेश दईए। दूसरे नूं उपदेश देना हमेशा ही सौखा हुंदा है। कह देना स्टेज ते बह के कह देना कि भाई चंगे काम करो, ये बड़ा सौखा काम है, कोई औखा थोड़ी ना है। सिमरन करो भाई, बहुत आसान काम है दूसरे नूं कहना। पर सतगुरु कहंदे दूसरे नूं बाद विच कहीं, पहलां तूं आप इस काम नूं कर। प्रथमे मन प्रबोध हो, पहला अपने मन नूं प्रबोध। प्रबोध हुंदा है अपने आप नूं सवारना, संबोध फिर दूसरे नूं संबोधन करना। प्रबोध तो बाद संबोध, संबोध तो बाद प्रमोद। प्रमोद मतलब आनंद। आनंद फिर जीवन विच वापरदा जे, फिर साडे जीवन विच प्रमोद आउंदा है जदों साडे जीवन विच पहला प्रबोधन, उस तो बाद संबोधन। इत्थे उल्टी कहानी है। इत्थे लोग संबोधन पहला करते हैं ते संबोधन करके आनंद भालते हैं। प्रबोधन करना नहीं चाहते साडे वर्गे। वो दूसरिਆਂ ਨੂੰ उपदेश ਦਿੰਦੇ ਨੇ पर आप नहीं उस उपदेश ਨੂੰ कमाਉਂਦੇ। ਤੇ ਐਸਿਆਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ। ਸਤਿਗੁਰੂ ਕਹਿੰਦੇ पंडित वाचै पोथियां ना बूझै विचार, अन को मत्ती दे चलें।
दूसरिਆਂ ਨੂੰ ਮੱਤਾਂ ਦੇ ਕੇ ਤੁਰ ਜਾਂਦੇ ਨੇ। ਮਾਇਆ ਕਾ ਵਿਵਹਾਰ, ਮਾਇਆ ਦਾ ਵਿਵਹਾਰ ਹੈ ਕਿ ਮਾਇਆ ਦੀ ਖਾਤਰ ਦੂਸਰਿਆਂ ਨੂੰ ਉਪਦੇਸ਼ ਕਰਦੇ ਫਿਰਦੇ ਨੇ। ਇੰਜ ਗੱਲ ਨਹੀਂ ਬਣਦੀ। ਰਾਮ ਨਾਮ ਜਪ ਹਿਰਦੈ ਜਪੈ, ਜਿਹੜਾ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਪਦਾ, ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਜਪਦਾ, ਮੁਖ ਤੇ ਸਗਲ ਸੁਣਾਵੇ, ਤੇ ਫਿਰ ਆਪਣੇ ਮੁਖ ਤੋਂ ਦੂਸਰਿਆਂ ਨੂੰ ਵੀ ਸੁਣਾਉਂਦਾ ਹੈ। ਪਹਿਲਾਂ ਆਪ ਜਪਦਾ, ਫਿਰ ਦੂਸਰਿਆਂ ਨੂੰ ਸੁਣਾਉਂਦਾ। ਪਹਿਲਾਂ ਆਪ ਇਮਾਨਦਾਰੀ ਧਾਰਨ ਕਰਦਾ, ਫਿਰ ਦੂਸਰਿਆਂ ਨੂੰ ਇਮਾਨਦਾਰੀ ਦਾ ਉਪਦੇਸ਼ ਦਿੰਦਾ ਕਿ ਭਾਈ ਇਮਾਨਦਾਰ ਹੋਵੋ। ਪਹਿਲਾਂ ਆਪ ਸੱਚੀ ਸੁੱਚੀ ਕਿਰਤ ਕਰਦਾ, ਫਿਰ ਦੂਸਰਿਆਂ ਨੂੰ ਕਹਿੰਦਾ ਕਿ ਇਮਾਨਦਾਰੀ ਦੀ ਕਿਰਤ ਵਿੱਚ ਬੜਾ ਸੁੱਖ ਹੈ, ਬੜਾ ਸਹਿਜ ਹੈ, ਬੜਾ ਰੱਜ ਹੈ, ਬੜੀ ਤ੍ਰਿਪਤੀ ਹੈ। ਫਿਰ ਦੂਸਰਿਆਂ ਨੂੰ ਸੁਣਾਉਂਦਾ। ਮੁਖ ਤੇ ਸਗਲ ਸੁਣਾਵੇ, ਕਰ ਸੰਗ ਸਾਧੂ ਚਰਨ ਪਖਾਰੈ, ਆਪਣੇ ਹੱਥਾਂ ਨਾਲ ਸਾਧੂਆਂ ਦੇ ਚਰਨਾਂ ਨੂੰ ਸੇਵ। ਗੁਰਮੁਖ ਆਪਣੇ ਹੱਥਾਂ ਨਾਲ ਸਾਧੂਆਂ ਨੂੰ ਸੇਵਦਾ, ਉਹਨਾਂ ਦੇ ਚਰਨ ਧੋਂਦਾ। ਕਰ ਸੰਗ ਸਾਧੂ ਚਰਨ ਪਖਾਰੈ, ਲਾਏ ਸ਼ਰਧਾ ਸੰਤ ਧੂਰ ਮਨ ਲਾਵੇ, ਤੇ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਆਪਣੇ ਤਨ ਦੇ ਉੱਤੇ ਲਾਉਂਦਾ ਹੈ। ਸਾਧੂ ਦੇ ਚਰਨ ਧੂੜ ਉਸ ਨੂੰ ਆਪਣੇ ਮੱਥੇ ਤੇ ਲਾਉਂਦਾ ਹੈ। ਗੁਰਮੁਖਾਂ ਦੇ ਚਰਨਾਂ ਦੀ ਧੂੜ, ਸਾਧੂ ਦੇ ਚਰਨ ਦੀ, ਸੰਗਤ ਦੇ ਚਰਨਾਂ ਦੀ ਧੂੜ, ਇਸ ਨੂੰ ਆਪਣੇ ਮਸਤਕ ਤੇ ਲਾਉਣਾ। ਮਸਤਕ ਤੇ ਲਾਉਣ ਦਾ ਭਾਵ ਹੈ ਕਿ ਨਿਮਰਤਾ ਧਾਰਨ ਕਰਨਾ। ਇਹਦਾ ਭਾਵ ਸਿਰਫ ਇੰਨਾ, ਇਹ ਪ੍ਰਤੀਕ ਸ਼ਬਦ ਹੁੰਦੇ ਨੇ ਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਅੰਦਰ ਦਾ ਹੰਕਾਰ ਮਰੇ, ਸਾਡੇ ਅੰਦਰ ਦੀ ਹਉਮੈ ਮਰੇ। ਜਿਹੜਾ ਸਾਡੇ ਮਨ ਅੰਦਰ ਇਹ ਭਾਵ ਰਹਿੰਦਾ ਨਾ ਕਿ ਮੈਂ ਵੱਡਾ, ਮੈਂ ਸਿਆਣਾ, ਮੈਂ ਦੂਸਰਿਆਂ ਨਾਲੋਂ ਚਤੁਰ, ਸਤਿਗੁਰੂ ਕਹਿੰਦੇ ਇਹ ਭਾਵ ਤਾਂ ਖਤਮ ਹੁੰਦਾ ਜਦੋਂ ਬੰਦੇ ਦੇ ਅੰਦਰ ਨਿਮਰਤਾ ਆਉਂਦੀ ਹੈ। ਤੇ ਨਿਮਰਤਾ ਦੇ ਵਾਸਤੇ ਫਿਰ ਗੁਰੂ ਦੇ ਚਰਨਾਂ ਨਾਲ ਜੁੜਨਾ ਪੈਂਦਾ ਹੈ। ਸਾਧੂ ਦੇ ਚਰਨਾਂ ਦੀ ਧੂੜ ਨੂੰ ਆਪਣੇ ਮੁਖ ਲਾਉਣਾ। ਸਤਿਗੁਰੂ ਕਹਿੰਦੇ ਕਰ ਸੰਗ ਸਾਧੂ ਚਰਨ ਪਖਾਰੈ, ਸੰਤ ਧੂਰ ਮਨ ਲਾਵੈ, ਮਨ ਤਨ ਅਰਪ ਧਰੇ ਗੁਰ ਆਗੈ, ਸਗਲ ਪਦਾਰਥ ਪਾਵੈ। ਜਿਹੜਾ ਬੰਦਾ ਆਪਣੇ ਮਨ ਤਨ ਨੂੰ ਗੁਰੂ ਦੇ ਅੱਗੇ ਅਰਪਣ ਕਰ ਦਿੰਦਾ, ਆਪਣਾ ਮਨ ਤਨ ਗੁਰੂ ਨੂੰ ਅਰਪਿਤ ਕਰ ਦਿੱਤਾ। ਮਨ ਤਨ ਅਰਪਣ ਕਰਨ ਦਾ ਮਤਲਬ ਕਿ ਹੁਣ ਮੇਰੀ ਮਨ ਦੀ ਕੋਈ ਮਰਜ਼ੀ ਨਹੀਂ, ਮੈਂ ਆਪਣੀ ਮਰਜ਼ੀ ਛੱਡ ਦਿੱਤੀ, ਆਪਣੇ ਮਨ ਦੀਆਂ ਇੱਛਾਵਾਂ, ਕਾਮਨਾ, ਵਾਸਨਾ ਸਭ ਛੱਡ ਦਿੱਤੀਆਂ। ਹੁਣ ਗੁਰੂ ਦੇ ਚਰਨਾਂ ਵਿੱਚ ਆਪਣੇ ਤਨ ਨੂੰ ਵੀ ਰੱਖ ਦਿੱਤਾ ਤੇ ਮਨ ਨੂੰ ਵੀ ਰੱਖ ਦਿੱਤਾ। ਗੁਰੂ ਜੋ ਚਾਹੇ ਉਹੀ ਹੋਵੇ, ਉਹਦੀ ਮਰਜ਼ੀ ਪੂਰੀ ਹੋਵੇ, ਮੇਰੀ ਕੋਈ ਮਰਜ਼ੀ ਨਹੀਂ। ਸਤਿਗੁਰੂ ਕਹਿੰਦੇ ਜਿਹੜਾ ਇਸ ਤਰ੍ਹਾਂ ਆਪਣਾ ਮਨ ਤਨ ਉਹਦੇ ਚਰਨਾਂ ਵਿੱਚ ਅਰਪ ਦਿੰਦਾ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ। ਸਗਲ ਪਦਾਰਥ ਪਾਵੈ, ਉਹ ਸਾਰੇ ਪਦਾਰਥ ਪਾ ਲੈਂਦਾ, ਉਹਨੂੰ ਸਭ ਕੁਝ ਮਿਲ ਜਾਂਦਾ ਹੈ ਜਿਹਨੇ ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਭੇਂਟ ਕਰ ਦਿੱਤਾ, ਜਿਹਨੇ ਆਪਣੇ ਆਪ ਨੂੰ ਗੁਰੂ ਚਰਨਾਂ ਵਿੱਚ ਰੱਖ ਦਿੱਤਾ। ਇਸ ਲਈ ਖੁਦ ਨੂੰ ਅਰਪਣ ਕਰ ਦਿਓ। ਅਸੀਂ ਬਹੁਤ ਵਾਰੀ ਚੀਜ਼ਾਂ ਅਰਪਣ ਕੀਤੀਆਂ ਗੁਰੂ ਨੂੰ, ਬੜੀਆਂ ਮਹਿੰਗੀਆਂ ਵਸਤੂਆਂ ਗੁਰੂ ਦੇ ਦਰ ਤੇ ਭੇਂਟ ਕਰੀਆਂ ਬਹੁਤ ਦਫਾ। ਬਸ ਇੱਕ ਦਫਾ ਆਪਣੇ ਆਪ ਨੂੰ ਉਹਦੇ ਚਰਨਾਂ ਵਿੱਚ ਭੇਂਟ ਕਰਕੇ ਵੇਖੋ, ਅਰਪਣ ਕਰਕੇ, ਫਿਰ ਬੜਾ ਸੁੱਖ, ਫਿਰ ਬੜਾ ਆਨੰਦ ਹੈ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਭਾਈ ਜੋ ਜੋ ਸੁਣੈ ਪੇਖੈ ਲਾਏ ਸ਼ਰਧਾ। ਜਿਹੜਾ ਵੀ ਬੰਦਾ, ਜੋ ਵੀ ਮਨੁੱਖ ਸ਼ਰਧਾ ਨਾਲ ਗੁਰੂ ਦੀ ਗੱਲ ਸੁਣਦਾ, ਸ਼ਰਧਾ ਨਾਲ ਉਸ ਦੇ ਨਾਮ ਨੂੰ ਸਿਮਰਦਾ, ਸ਼ਰਧਾ ਨਾਲ ਉਸ ਦਾ ਦੀਦਾਰ ਕਰਦਾ, ਸਤਿਗੁਰੂ ਕਹਿੰਦੇ ਤਾਕਾ ਜਨਮ ਮਰਨ ਦੁੱਖ ਭਾਗੈ। ਉਹਦਾ ਜਨਮ ਮਰਨ ਦਾ ਦੁੱਖ ਖਤਮ ਹੋ ਜਾਂਦਾ, ਉਹਦੇ ਜਨਮਾਂ ਜਨਮਾਂਤਰਾਂ ਦੇ ਸਭ ਦੁੱਖ ਮਿਟ ਜਾਂਦੇ ਨੇ ਜਿਹੜਾ ਉਸ ਵਾਹਿਗੁਰੂ ਨੂੰ ਸ਼ਰਧਾ ਨਾਲ ਸਿਮਰਦਾ। ਬਸ ਸ਼ਰਧਾ ਇਹ ਬਹੁਤ ਜ਼ਰੂਰੀ ਲਾਜ਼ਮੀ ਵਸਤੂ ਹੈ। ਇਹਦੇ ਤੋਂ ਬਿਨਾਂ ਗੱਲ ਬਣਦੀ ਨਹੀਂ। ਇਹਦੇ ਤੋਂ ਬਿਨਾਂ ਸਾਡੇ ਸਾਰੇ ਕੀਤੇ ਕਰਮ ਉਹ ਵਿਅਰਥ ਹੋ ਜਾਂਦੇ ਨੇ। ਇਸ ਲਈ ਤੇ ਇਹ ਵੀ ਖਿਆਲ ਰੱਖਣਾ, ਸ਼ਰਧਾ ਪੈਦਾ ਕੀਤੀ ਨਹੀਂ ਜਾਂਦੀ, ਇਹ ਆਪਣੇ ਆਪ ਹੋ ਜਾਂਦੀ ਹੈ।
ਜਦੋਂ ਅਸੀਂ ਨਿਮਰਤਾ ਦੇ ਵਿੱਚ ਆ ਜਾਂਦੇ ਹਾਂ, ਜਦੋਂ ਸਾਡੇ ਅੰਦਰ ਦਾ ਹੰਕਾਰ ਮਿਟ ਜਾਂਦਾ ਹੈ, ਤਾਂ ਆਪਣੇ ਆਪ ਸਾਡੇ ਅੰਦਰ ਸ਼ਰਧਾ ਭਾਵ, ਪ੍ਰੇਮ ਭਾਵ ਪੈਦਾ ਹੋ ਜਾਂਦਾ ਹੈ। ਤੇ ਜਦੋਂ ਉਸ ਪ੍ਰੇਮ ਭਾਵ ਨਾਲ ਅਸੀਂ ਗੁਰੂ ਦੇ ਸ਼ਬਦ ਨੂੰ ਸੁਣਦੇ ਹਾਂ, ਗੁਰੂ ਦਾ ਦੀਦਾਰ ਕਰਦੇ ਹਾਂ, ਗੁਰੂ ਨੂੰ ਸਿਮਰਦੇ ਹਾਂ, ਫਿਰ ਸਾਡਾ ਜਨਮ ਮਰਨ ਕੱਟਿਆ ਜਾਂਦਾ ਹੈ। ਜੋ ਜੋ ਸੁਨੈ ਪੇਖੈ ਲਾਏ ਸ਼ਰਧਾ, ਤਾਕਾ ਜਨਮ ਮਰਨ ਦੁਖ ਭਾਗੈ, ਐਸੀ ਨਿਰਤ ਨਰਕ ਨਿਵਾਰੈ। ਸਤਿਗੁਰੂ ਕਹਿੰਦੇ ਆਹ ਵਾਲਾ ਨਾਚ, ਐਸੀ ਨਿਰਤ, ਆਹ ਵਾਲਾ ਨਾਚ, ਇਹ ਨਰਕ ਨੂੰ ਨਿਵਾਰ ਦਿੰਦਾ ਹੈ, ਸਾਡੇ ਦੁੱਖਾਂ ਨੂੰ ਖਤਮ ਕਰ ਦਿੰਦਾ ਹੈ। ਐਸੀ ਨਿਰਤ ਨਰਕ ਨਿਵਾਰੈ, ਨਾਨਕ ਗੁਰਮੁਖ ਜਾਗੈ। ਤੇ ਗੁਰਮੁਖ ਗੁਰੂ ਦੇ ਚਰਨਾਂ ਨਾਲ ਜੁੜ ਕੇ ਜਾਗ ਜਾਂਦਾ ਹੈ। ਗੁਰਮੁਖ ਗੁਰੂ ਚਰਨਾਂ ਨਾਲ ਜੁੜ ਕੇ ਜਾਗ ਪਿਆ, ਉਹਨੂੰ ਹੋਸ਼ ਆ ਗਿਆ ਮਾਇਆ ਵਿੱਚੋਂ, ਉਹਨੂੰ ਹੁਣ ਮਾਇਆ ਦੀ ਨੀਂਦ ਨਹੀਂ ਆਉਂਦੀ, ਉਹਨੂੰ ਪੂਰੀ ਜਾਗਰਤੀ ਆ ਗਈ, ਪੂਰਾ ਅਵੇਅਰ ਹੋ ਗਿਆ, ਮਾਇਆ ਵੱਲੋਂ ਪੂਰੀ ਤਰ੍ਹਾਂ ਅਵੇਅਰ, ਮਾਇਆ ਵੱਲੋਂ ਪੂਰੀ ਤਰ੍ਹਾਂ ਜਾਗਰਿਤ। ਇਸ ਲਈ ਸਤਿਗੁਰੂ ਕਹਿੰਦੇ ਗੁਰੂ ਚਰਨਾਂ ਨਾਲ ਜੁੜ ਕੇ ਹੀ ਇਹ ਗੱਲ ਬਣਦੀ ਹੈ, ਗੁਰਮੁਖ ਹੋ ਕੇ ਹੀ ਐਸਾ ਹੁੰਦਾ ਹੈ। ਇਸ ਲਈ ਸਤਿਗੁਰੂ ਕਿਰਪਾ ਕਰੇ ਕਿ ਸਾਡੇ ਸਾਰਿਆਂ ਅੰਦਰ ਗੁਰੂ ਇਹ ਰਹਿਮਤ ਕਰਕੇ ਇਹ ਗੁਰਮੁਖਾਂ ਵਾਲੇ ਗੁਣ ਬਖਸ਼ ਦੇਵੇ, ਅਸੀਂ ਗੁਰਮੁਖਾਂ ਜੈਸਾ ਉੱਚਾ ਸੁੱਚਾ ਜੀਵਨ ਅਪਣਾ ਸਕੀਏ, ਧਾਰਨ ਕਰ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।